Welcome to my channel Student Struggle Canada, a mission to end student struggle। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਆਪਾਂ ਇਸ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਕਿ ਅਸੀਂ ਆਪਣਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਕਿਵੇਂ ਅਪਲਾਈ ਕਰਨਾ ਵਾ, ਉਸ ਦੇ ਲਈ ਕਿਹੜੇ ਡਾਕੂਮੈਂਟਸ ਨੀਡਡ ਹੁੰਦੇ ਆ ਤੇ ਉਸ ਦੀ ਕਿੰਨੀ ਫੀਸ ਹੁੰਦੀ ਆ। ਸੋ ਬਿਨਾਂ ਟਾਈਮ ਖਰਾਬ ਕਰਦਿਆਂ ਹੋਇਆਂ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾ ਸਟੈਪ ਹੁੰਦਾ ਵਾ ਕਿ ਤੁਸੀਂ ਆਪਣਾ ਅਕਾਊਂਟ ਹੈ ਜਿਹੜਾ GC ਅਕਾਊਂਟ ਕ੍ਰੀਏਟ ਕਰਨਾ ਹੁੰਦਾ ਵਾ। ਉਸ ਦੇ ਲਈ ਤੁਸੀਂ ਸਿਰਫ ਇੰਟਰਨੈਟ ਐਕਸਪਲੋਰਰ ਹੀ ਯੂਜ਼ ਕਰਨਾ ਵਾ, ਜਿਹੜਾ ਕਿ ਤੁਹਾਡੇ ਲੈਪਟਾਪ ਜਾਂ ਕੰਪਿਊਟਰ ਦੇ ਵਿੱਚ ਇਨਬਿਲਟ ਹੁੰਦਾ ਵਾ। ਕੋਈ ਵੀ ਐਕਸਟਰਨਲ ਬਰਾਊਜ਼ਰ ਯੂਜ਼ ਨਹੀਂ ਕਰਨਾ, ਕਿਉਂਕਿ ਜਿਹੜਾ ਫਾਰਮ ਹੁੰਦਾ ਵਾ ਜਿਸ ਦੇ ਵਿੱਚ ਆਪਾਂ ਆਪਣੀ ਇਨਫੋਰਮੇਸ਼ਨ ਫਿਲ ਕਰਨੀ ਹੁੰਦੀ ਆ ਉਸ ਦੇ ਵਿੱਚ ਆਪਾਂ ਇਨਫੋਰਮੇਸ਼ਨ ਆਪਣੀ ਸੇਵ ਨਹੀਂ ਹੁੰਦੀ ਤੇ ਨਾ ਹੀ ਆਪਣਾ ਉਹ ਫਾਰਮ ਆ ਓਪਨ ਹੁੰਦਾ ਵਾ। ਸੋ ਕੋਈ ਵੀ ਐਕਸਟਰਨਲ ਬਰਾਊਜ਼ਰ ਯੂਜ਼ ਨਹੀਂ ਕਰਨਾ। ਸੋ ਇਹ ਬੇਸਿਕਲੀ ਕੁਛ ਐਲੀਜੀਬਿਲਿਟੀ ਰਿਕੁਆਇਰਮੈਂਟਸ ਆ ਤੇ ਕੁਛ ਇੰਪੋਰਟੈਂਟ ਨੋਟਸ ਆ। ਸੋ ਬੇਸਿਕਲੀ ਇਹਦੇ ਵਿੱਚ ਦੱਸਿਆ ਗਿਆ ਆ ਕਿ ਤੁਹਾਡੀ ਜਿਹੜੀ ਸਟੱਡੀ ਆ ਉਹ ਫੁੱਲ ਟਾਈਮ ਹੋਣੀ ਚਾਹੀਦੀ ਆ। ਡੈਜ਼ਿਗਨੇਟਡ ਲਰਨਿੰਗ ਇੰਸਟੀਟਿਊਸ਼ਨ ਕਾਲਜ ਵੱਲੋਂ ਤੁਹਾਡੀ ਸਟੱਡੀ ਆਈਦਰ ਫੁੱਲ ਟਾਈਮ ਹੋਣੀ ਚਾਹੀਦੀ ਆ 1 ਈਅਰ ਔਰ 2 ਈਅਰ। ਤੁਹਾਡੇ ਕੋਲ ਲੀਗਲ ਸਟੇਟਸ ਹੋਣਾ ਚਾਹੀਦਾ ਵਾ। ਤੁਹਾਡਾ ਸਟੇਟਸ ਆ ਜਿਹੜਾ ਐਕਸਪਾਇਰ ਨਹੀਂ ਹੋਇਆ ਹੋਣਾ ਚਾਹੀਦਾ। ਅਗਰ ਤੁਹਾਡਾ ਸਟੇਟਸ ਜਿਹੜਾ ਸਟੱਡੀ ਪਰਮਿਟ ਐਕਸਪਾਇਰ ਹੋ ਜਾਂਦਾ ਵਾ ਬਿਫੋਰ ਅਪਲਾਈ ਯੂਅਰ ਵਰਕ ਪਰਮਿਟ, ਸੋ ਤੁਹਾਨੂੰ ਆਪਣਾ ਸਟੇਟਸ ਐਜ਼ ਅ ਵਿਜ਼ਟਰ ਰੀਸਟੋਰ ਕਰਨਾ ਪੈਂਦਾ ਵਾ। ਸੋ ਵਰਕ ਪਰਮਿਟ ਬੇਸਿਕਲੀ 3 ਇਅਰਸ ਲਈ ਵੈਲਿਡ ਹੁੰਦਾ ਵਾ, ਅਪ ਟੂ 3 ਇਅਰਸ। ਸੋ ਅਗਰ ਤੁਸੀਂ 1 ਈਅਰ ਦਾ ਪ੍ਰੋਗਰਾਮ ਲੈਂਦੇ ਹੋ ਤਾਂ ਤੁਹਾਨੂੰ 1 ਈਅਰ ਦਾ ਵਰਕ ਪਰਮਿਟ ਮਿਲਦਾ ਵਾ। ਅਗਰ ਤੁਸੀਂ 2 ਇਅਰਸ ਦੀ ਸਟੱਡੀ ਕਰਦੇ ਹੋ ਤਾਂ ਬੇਸਿਕਲੀ ਤੁਹਾਨੂੰ 3 ਇਅਰਸ ਦਾ ਵਰਕ ਪਰਮਿਟ ਮਿਲਦਾ ਵਾ। ਆਈਦਰ ਅਗਰ ਤੁਸੀਂ 1+1 ਈਅਰ ਦਾ ਪੋਸਟ ਗ੍ਰੈਡ ਕੋਈ ਵੀ ਡਿਪਲੋਮਾ ਕਰਦੇ ਆ ਤਾਂ ਵੀ ਬੇਸਿਕਲੀ ਤੁਹਾਨੂੰ 3 ਇਅਰਸ ਦਾ ਵਰਕ ਪਰਮਿਟ ਹੀ ਮਿਲ ਜਾਂਦਾ ਵਾ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਸਾਨੂੰ ਕਿਹੜੇ ਡਾਕੂਮੈਂਟਸ ਜ਼ਰੂਰੀ ਆ। ਸਭ ਤੋਂ ਪਹਿਲਾਂ ਹੈਗਾ ਵਾ ਫਾਰਮ IMM 5710, ਜਿਸ ਦੇ ਵਿੱਚ ਆਪਾਂ ਆਪਣੀ ਪੂਰੀ ਇਨਫੋਰਮੇਸ਼ਨ ਫਿਲ ਕਰਨੀ ਆ। ਆਪਣੇ ਸਟੱਡੀਜ਼ ਦਾ ਕੰਪਲੀਸ਼ਨ ਲੈਟਰ, ਆਪਣੇ ਕਾਲਜ ਵੱਲੋਂ ਟਰਾਂਸਕ੍ਰਿਪਟ, ਆਪਣੇ ਪਾਸਪੋਰਟ ਦੀ ਕਲੀਅਰ ਤੇ ਲੈਜੀਬਲ ਸਕੈਨਡ ਕਾਪੀਜ਼। ਤੁਹਾਡੇ ਕੋਲ ਕੋਈ ਵੀ ਵੀਜ਼ਾ, ਡੈਬਿਟ, ਮਾਸਟਰ ਕਾਰਡ ਹੋਣਾ ਚਾਹੀਦਾ ਜਿਹਦੇ ਥਰੂ ਤੁਸੀਂ ਆਪਣੀ ਫੀਸ ਪੇ ਕਰ ਸਕੋ। ਉਸ ਤੋਂ ਬਾਅਦ ਤੁਹਾਡੇ ਕੋਲ ਇੱਕ ਡਿਜੀਟਲ ਫੋਟੋ ਹੋਣੀ ਚਾਹੀਦੀ ਆ। ਪ੍ਰੂਫ ਆਫ ਮੈਡੀਕਲ ਆ, ਇਹ ਲਾਈਕ ਮੈਡੀਕਲ ਸਟੂਡੈਂਟਸ ਲਈ ਐਪਲੀਕੇਬਲ ਹੁੰਦਾ ਵਾ ਜਿਹੜੇ ਕਿ ਹੈਲਥ ਕੇਅਰ ਜਾਂ ਚਾਈਲਡ ਕੇਅਰ ਦੇ ਪ੍ਰੋਗਰਾਮਸ ਦੇ ਵਿੱਚ ਇਨਰੋਲ ਹੁੰਦੇ ਆ। ਉਸ ਤੋਂ ਬਾਅਦ ਫਾਈਨਲੀ ਤੁਹਾਡੇ ਬਾਇਓਮੈਟ੍ਰਿਕਸ ਹੁੰਦੇ ਆ। ਅਗਰ ਤੁਹਾਡੇ ਕੋਲ ਪਹਿਲਾਂ ਤੋਂ ਹੀ ਬਾਇਓਮੈਟ੍ਰਿਕਸ ਹੈ ਇੰਡੀਆ ਤੋਂ, ਦੈਨ ਉਹ ਤੁਹਾਡੀ ਫੀਸ ਹੈ ਜਿਹੜੀ ਉਹ ਰਿਫੰਡ ਕਰ ਦਿੰਦੇ ਆ। ਉਹ ਇਸ ਚੀਜ਼ ਦੀ ਰਿਕੁਆਇਰਮੈਂਟ ਨਹੀਂ ਕਰਦੇ। ਉਸ ਤੋਂ ਬਾਅਦ ਆਪਸ਼ਨਲ ਡਾਕੂਮੈਂਟਸ ਆ, ਜਿਹਦੇ ਵਿੱਚ ਅਗਰ ਤੁਸੀਂ ਕੋਈ ਆਪਣਾ ਕਾਲਜ ਚੇਂਜ ਕਰਦੇ ਆ ਜਾਂ ਕੁਛ ਵੀ ਕਰਦੇ ਆ ਤਾਂ ਤੁਸੀਂ ਉਸ ਸੈਕਸ਼ਨ ਦੇ ਵਿੱਚ ਆਪਣੀ ਐਕਸਪਲੇਨੇਸ਼ਨ ਦੇ ਸਕਦੇ ਆ ਇੱਕ ਲੈਟਰ ਦੇ ਥਰੂ। ਉਸ ਤੋਂ ਬਾਅਦ ਤੁਸੀਂ ਆਪਣੇ ਪ੍ਰੋਗਰਾਮ ਦੀ ਕੰਪਲੀਸ਼ਨ ਲੈਟਰ ਐਂਡ ਟਰਾਂਸਕ੍ਰਿਪਟਸ ਕਿਵੇਂ ਡਾਊਨਲੋਡ ਕਰਨੀਆਂ ਵਾ, ਇਹ ਉਸ ਚੀਜ਼ ਦੀਆਂ ਇੰਸਟਰਕਸ਼ਨਸ ਆ। ਸੋ ਮੈਂ ਕੋਲਿਸਟੋਗਾ ਕਾਲਜ ਤੋਂ ਪੜ੍ਹਿਆ ਵਾ। ਇੰਸਟਰਕਸ਼ਨਸ ਅਕੋਰਡਿੰਗ ਟੂ ਕੋਲਿਸਟੋਗਾ ਸਟੂਡੈਂਟ ਪੋਰਟਲ ਦਿੱਤੀਆਂ ਗਈਆਂ ਆ। ਜਿਵੇਂ ਤੁਸੀਂ ਆਪਣੇ ਸਟੂਡੈਂਟ ਪੋਰਟਲ ਦੇ ਅੰਦਰ ਲੌਗਇਨ ਕਰਦੇ ਆ, ਤੁਹਾਨੂੰ ਉੱਥੇ ਸਰਵਿਸਿਜ਼ ਦੀ ਇੱਕ ਟੈਬ ਮਿਲਦੀ ਆ। ਤੁਸੀਂ ਉਸ 'ਤੇ ਕਲਿੱਕ ਕਰਦੇ ਆ ਤਾਂ ਪ੍ਰਿੰਟ ਆ ਲੈਟਰ ਦੀ ਆਪਸ਼ਨ ਦੇ ਵਿੱਚ ਤੁਹਾਨੂੰ ਪ੍ਰੋਗਰਾਮ ਆਫ ਕੰਪਲੀਸ਼ਨ ਦੀ ਆਪਸ਼ਨ ਸਿਲੈਕਟ ਕਰਨੀ ਪਊਗੀ ਤੇ ਤੁਹਾਡਾ ਜਿਹੜਾ ਪ੍ਰੂਫ ਆ ਪ੍ਰੋਗਰਾਮ ਆਫ ਕੰਪਲੀਸ਼ਨ ਡਾਊਨਲੋਡ ਹੋ ਜਾਊਗਾ। ਸੇਮ ਵਿਦ ਤੁਹਾਡੀ ਟਰਾਂਸਕ੍ਰਿਪਟ ਦੇ ਲਈ ਆ। ਉਸ ਤੋਂ ਬਾਅਦ ਗੱਲ ਆਉਂਦੀ ਕਿ ਤੁਹਾਡੇ ਪਾਸਪੋਰਟ ਦੇ ਨਾਲ ਕਿਹੜੇ ਹੋਰ ਡਾਕੂਮੈਂਟਸ ਚਾਹੀਦੇ ਆ। ਸੋ ਪੇਜ ਵਿਦ ਪਾਸਪੋਰਟ ਨੰਬਰ, ਫੋਟੋ, ਡੇਟ ਆਫ ਇਸ਼ੂ, ਐਕਸਪਾਇਰੀ, ਨੇਮ ਐਂਡ ਡੇਟ ਆਫ ਬਰਥ। ਸੋ ਬੇਸਿਕਲੀ ਤੁਹਾਡੇ ਫਸਟ ਐਂਡ ਲਾਸਟ ਪੇਜਿਸ ਬਣ ਜਾਂਦੇ ਆ। ਆਲ ਪੇਜਿਸ ਵਿਦ ਸਟੈਂਪਸ, ਵੀਜ਼ਾ ਐਂਡ ਮਾਰਕਿੰਗਸ, page with stamp made by Canadian authorities on the most recent entry into Canada, a scan of your valid study permit। ਆ ਜਿਹੜਾ 5th point ਹੈ ਇਹਨੂੰ ਥੋੜ੍ਹਾ ਧਿਆਨ ਨਾਲ ਰੀਡ ਕਰਿਓ। All pages of the passport and study permit must be merged into a single PDF document। ਸੋ ਤੁਸੀਂ ਆਪਣੇ ਪਾਸਪੋਰਟ ਦੇ ਜਿੰਨੇ ਵੀ ਪੇਜਿਸ ਆ ਫਸਟ, ਲਾਸਟ ਐਂਡ ਔਰ ਸਟੈਂਪ ਪੇਜਿਸ, ਤੁਸੀਂ ਉਹਨੂੰ ਆਪਣੇ ਸਟੱਡੀ ਪਰਮਿਟ ਦੇ ਨਾਲ ਮਰਜ ਕਰਕੇ ਇੱਕ ਸਿੰਗਲ PDF ਡਾਕੂਮੈਂਟ ਬਣਾਉਣਾ ਵਾ ਜਿਹਦਾ ਸਾਈਜ਼ 4 MB ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ। ਅਗਰ ਤੁਹਾਨੂੰ ਡਿਫਿਕਲਟੀ ਆਉਂਦੀ ਆ ਡਾਕੂਮੈਂਟਸ ਮਰਜ ਕਰਨ ਵਿੱਚ ਤਾਂ ਉਸਦੀ ਮੈਂ ਇੱਕ ਸੈਪਰੇਟ ਵੀਡੀਓ ਅਪਲੋਡ ਕਰ ਦੂੰਗਾ ਕਿ ਤੁਸੀਂ ਆਪਣੇ ਡਾਕੂਮੈਂਟਸ ਕਿਵੇਂ ਕੰਬਾਈਨ ਕਰਨੇ ਆ ਤੇ ਉਸਦਾ ਸਾਈਜ਼ ਕਿਵੇਂ ਰਿਡਿਊਸ ਕਰਨਾ ਵਾ। ਉਸ ਤੋਂ ਬਾਅਦ ਗੱਲ ਆਉਂਦੀ ਡਿਜੀਟਲ ਫੋਟੋ ਦੀ। ਇਹਦੀ ਕੀ ਸਪੈਸੀਫਿਕੇਸ਼ਨਸ ਹੁੰਦੀਆਂ ਵਾ ਇਹ ਤੁਹਾਨੂੰ ਮੈਂ ਵੈਬਸਾਈਟ 'ਤੇ
ਜਿਹੜੀ ਦੂਜੀ ਵੀਡੀਓ ਆ ਉਹਦੇ ਵਿੱਚ ਦੱਸੂਗਾ। ਇਸ ਤੋਂ ਇਲਾਵਾ ਅਗਰ ਤੁਹਾਨੂੰ ਜਿਹੜਾ ਮੈਡੀਕਲ ਐਗਜ਼ਾਮ ਆ ਉਹ ਕਿਵੇਂ obtain ਕਰਨਾ ਵਾ, ਇਹ ਉਸ ਚੀਜ਼ ਦੀ ਵੈਬਸਾਈਟ ਹੈ ਜਿਹੜੇ ਕਿ ਬੇਸਿਕਲੀ ਮੈਡੀਕਲ ਸਟੂਡੈਂਟਸ ਹੁੰਦੇ ਆ, ਇਹ ਉਹਨਾਂ ਲਈ ਰਿਕੁਆਇਰਡ ਹੁੰਦਾ ਵਾ। ਉਸ ਤੋਂ ਬਾਅਦ ਗੱਲ ਕਰਦੇ ਹਾਂ ਹੁਣ ਮੇਨ ਸਟੈਪ ਦੀ, ਤੁਸੀਂ ਆਪਣਾ GC ਅਕਾਊਂਟ ਕਿਵੇਂ ਕ੍ਰੀਏਟ ਕਰਨਾ ਵਾ। ਸੋ ਸਭ ਤੋਂ ਪਹਿਲਾਂ ਤੁਸੀਂ ਗੂਗਲ ਉੱਤੇ ਸਰਚ ਕਰਨੀ ਆ GC ਕੀ, ਅਤੇ ਉਸ ਤੋਂ ਬਾਅਦ ਜਿਹੜਾ ਪਹਿਲਾ ਲਿੰਕ ਆਊਗਾ ਤੁਸੀਂ ਉਸ ਦੇ ਉੱਤੇ ਕਲਿੱਕ ਕਰ ਦੇਣਾ ਵਾ। ਇਹ ਲਿੰਕ ਮੈਂ ਆਪਣੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਵੀ ਅਟੈਚ ਕਰ ਦੂੰਗਾ, ਤੁਸੀਂ ਉੱਥੇ ਤੋਂ ਕਲਿੱਕ ਕਰਕੇ ਵੀ ਇਸ ਵੈਬਸਾਈਟ 'ਤੇ ਪਹੁੰਚ ਸਕਦੇ ਹੋ। ਉਸ ਤੋਂ ਬਾਅਦ ਤੁਹਾਨੂੰ ਜਿਹੜੀ ਆ ਰੈੱਡ ਬਾਰਡਰ ਦੇ ਵਿੱਚ ਆਪਸ਼ਨ ਦਿੱਤੀ ਗਈ ਆ ਕੰਟੀਨਿਊ ਟੂ GC ਕੀ, ਤੁਸੀਂ ਇਸ ਚੀਜ਼ ਦੇ ਉੱਤੇ ਕਲਿੱਕ ਕਰਨਾ ਵਾ। ਅਗਰ ਤੁਹਾਡਾ ਪਹਿਲਾਂ ਤੋਂ ਹੀ ਅਕਾਊਂਟ ਬਣਿਆ ਹੋਇਆ ਆ ਜਾਂ ਤੁਸੀਂ ਆਪਣੀ ਪੇਪਰ ਐਪਲੀਕੇਸ਼ਨ ਲਿੰਕ ਕੀਤੀ ਹੋਈ ਆ, ਤੁਸੀਂ ਉਹ ਵਾਲਾ GC ਅਕਾਊਂਟ ਵੀ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਪਾਸਵਰਡ ਭੁੱਲ ਚੁੱਕੇ ਹੋ ਜਾਂ ਤੁਹਾਨੂੰ ਆਪਣਾ ਪੁਰਾਣਾ ਯੂਜ਼ਰ ਨੇਮ ਵਗੈਰਾ ਯਾਦ ਨਹੀਂ ਹੈਗਾ, ਤਾਂ ਤੁਸੀਂ ਇਹ ਨਵਾਂ ਅਕਾਊਂਟ ਵੀ ਬਣਾ ਸਕਦੇ ਹੋ ਅਤੇ ਉਸ ਦੇ ਵਿੱਚ ਆਪਣੀ ਫਾਈਲ ਲਗਾ ਸਕਦੇ ਹੋ। ਉਸ ਤੋਂ ਬਾਅਦ ਤੁਸੀਂ ਸਾਈਨ ਅਪ ਕਰਨਾ ਵਾ। ਉਸ ਤੋਂ ਬਾਅਦ ਤੁਸੀਂ ਆਈ ਐਕਸੈਪਟ ਵਾਲੀ ਟੈਬ ਉੱਤੇ ਕਲਿੱਕ ਕਰ ਦੇਣਾ। ਦੈਨ ਤੁਸੀਂ ਆਪਣਾ ਯੂਜ਼ਰ ਨੇਮ ਕ੍ਰੀਏਟ ਕਰ ਲੈਣਾ ਵਾ। ਮੇਕ ਸ਼ੋਰ ਕਰਿਓ ਯੂਜ਼ਰ ਨੇਮ ਦੇ ਵਿੱਚ ਤੁਹਾਡੀ ਕੋਈ ਵੀ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਨਾ ਹੋਵੇ। ਉਸ ਤੋਂ ਬਾਅਦ ਤੁਸੀਂ ਪਾਸਵਰਡ ਕ੍ਰੀਏਟ ਕਰਨਾ ਵਾ। ਰਾਈਟ ਬਾਟਮ ਬਾਕਸ ਵਿੱਚ ਤੁਸੀਂ ਦੇਖ ਸਕਦੇ ਆ ਕਿ ਕਿਹੜੇ ਮਿਕਸਚਰ ਹੋਣਾ ਚਾਹੀਦਾ ਆ ਪਾਸਵਰਡ ਦੇ ਵਿੱਚ। ਬੈਸਟ ਐਗਜ਼ਾਮਪਲ ਹੈਗੀ ਆ ਕੈਪੀਟਲ ਲੈਟਰਸ ਦੇ ਵਿੱਚ ABC, ਦੈਨ ਸਮੋਲ ਲੈਟਰਸ ਦੇ ਵਿੱਚ XYZ, ਦੈਨ ਕੋਈ ਵੀ ਸਪੈਸ਼ਲ ਸਿੰਬਲ @ ਦੈਨ 1 2 3, ਤੁਸੀਂ ਕੁਛ ਇੱਦਾਂ ਦਾ ਪਾਸਵਰਡ ਬਣਾ ਸਕਦੇ ਆ। ਉਸ ਤੋਂ ਬਾਅਦ ਤੁਸੀਂ ਕਨਫਰਮ ਕਰ ਦੇਣਾ ਪਾਸਵਰਡ ਨੂੰ ਐਂਡ ਦੈਨ ਕਲਿੱਕ ਔਨ ਕੰਟੀਨਿਊ। ਉਸ ਤੋਂ ਬਾਅਦ ਤੁਸੀਂ ਕੁਐਸਚਨ ਸਿਲੈਕਟ ਕਰਨੇ ਆ। ਮੇਕ ਸ਼ੋਰ ਕਰਿਓ ਤੁਸੀਂ ਜਿਹੜੇ ਵੀ ਕੁਐਸਚਨ ਇੱਥੋਂ ਸਿਲੈਕਟ ਕਰੋਗੇ ਉਸ ਚੀਜ਼ ਦਾ ਸਕਰੀਨਸ਼ਾਟ ਪਿਕਚਰ ਲੈ ਲਿਓ ਜਾਂ ਕਿਤੇ ਨੋਟ ਡਾਊਨ ਕਰਕੇ ਰੱਖ ਲਿਓ, ਆਈਦਰ ਇਨ ਯੂਅਰ ਫੋਨ ਨੋਟਸ ਜਾਂ ਆਪਣੀ ਮੇਲ ਦੇ ਵਿੱਚ। ਸੋ ਕਿਉਂਕਿ ਜਦੋਂ ਵੀ ਤੁਸੀਂ ਆਪਣਾ ਅਕਾਊਂਟ ਲੌਗਇਨ ਕਰਨਾ ਵਾ ਤੁਹਾਨੂੰ ਇਹਨੇ ਆ ਸਿਕਿਉਰਿਟੀ ਕੁਐਸਚਨ ਹਰ ਵਾਰ ਪੁੱਛਣਾ ਵਾ। ਸੋ ਮੇਕ ਸ਼ੋਰ ਕਰਿਓ ਤੁਸੀਂ ਇਹ ਇਨਫੋਰਮੇਸ਼ਨ ਨੂੰ ਕਿਤੇ ਸੇਵ ਕਰ ਲਿਓ। ਬੈਸਟ ਸੋਰਸ ਆ ਕਿ ਤੁਸੀਂ ਆਪਣੀ ਇਨਫੋਰਮੇਸ਼ਨ ਨੂੰ ਮੇਲ ਦੇ ਡਰਾਫਟਸ ਵਿੱਚ ਰੱਖ ਲਵੋ ਸੇਵ ਕਰਕੇ। ਉਸ ਤੋਂ ਬਾਅਦ ਗੱਲ ਆਉਂਦੀ ਆ ਜੀ ਗਿਵਨ ਨੇਮ ਅਤੇ ਲਾਸਟ ਨੇਮ ਦੀ। ਇੱਥੇ ਕਾਫੀ ਕਨਫਿਊਜ਼ਨ ਹੁੰਦੀ ਕਾਫੀ ਸਟੂਡੈਂਟਸ ਨੂੰ, ਸੋ ਮੈਂ ਇੱਥੇ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਵਾਂ। ਜਿਹੜੀ ਇਨਫੋਰਮੇਸ਼ਨ ਤੁਹਾਡੇ ਸਟੱਡੀ ਪਰਮਿਟ ਉੱਤੇ ਦਿੱਤੀ ਗਈ ਆ ਤੁਸੀਂ ਇੱਥੇ ਉਹੀ ਇਨਫੋਰਮੇਸ਼ਨ ਫਿਲ ਆਊਟ ਕਰਿਓ। ਅਗਰ ਲਾਸਟ ਨੇਮ ਦੇ ਵਿੱਚ ਤੁਹਾਡਾ ਪੂਰਾ ਨੇਮ ਦਿੱਤਾ ਗਿਆ ਆ, ਫੋਰ ਐਗਜ਼ਾਮਪਲ ਹਰਮਨਜੋਤ ਸਿੰਘ, ਤਾਂ ਲਾਸਟ ਨੇਮ ਦੇ ਵਿੱਚ ਹੀ ਫਿਲ ਆਊਟ ਕਰਿਓ। ਗਿਵਨ ਨੇਮ ਵਾਲਾ ਤੁਸੀਂ ਬਲੈਂਕ ਛੱਡ ਸਕਦੇ ਹੋ ਕਿਉਂਕਿ ਉਹ ਆਪਸ਼ਨਲ ਆ। ਤੁਹਾਡੀ ਸਾਰੀ ਇਨਫੋਰਮੇਸ਼ਨ ਆ ਉਹ ਅਕੋਰਡਿੰਗ ਟੂ ਤੁਹਾਡੇ ਲਾਸਟ ਨੇਮ ਹੀ ਚੱਲਣੀ ਆ ਜਿਹੜਾ ਕਿ ਤੁਹਾਡੇ ਸਟੱਡੀ ਪਰਮਿਟ 'ਤੇ ਆ। ਉਸ ਤੋਂ ਬਾਅਦ ਤੁਸੀਂ ਆਪਣਾ ਈਮੇਲ ਐਡਰੈਸ ਫਿਲ ਕਰ ਦਿਓ। ਦੈਨ ਪ੍ਰੈਫਰਡ ਲੈਂਗੁਏਜ ਆਫ ਨੋਟੀਫਿਕੇਸ਼ਨ ਤੁਸੀਂ ਇੰਗਲਿਸ਼ ਸਿਲੈਕਟ ਕਰ ਸਕਦੇ ਆ। ਇਸ ਦੀ ਲਾਸਟ ਨੇਮ ਅਤੇ ਗਿਵਨ ਨੇਮ ਵਿੱਚ ਜਿਹੜੀ ਕਨਫਿਊਜ਼ਨ ਆ ਤੁਹਾਨੂੰ ਮੈਂ ਇੱਕ ਸੈਪਰੇਟ ਵੀਡੀਓ ਬਣਾਈ ਹੋਈ ਆ, ਮੈਂ ਉਸ ਚੀਜ਼ ਦਾ ਲਿੰਕ ਵੀਡੀਓ ਦੇ ਐਂਡ ਉੱਤੇ ਪਾ ਦਊਂਗਾ, ਇਸ ਲਈ ਤੁਸੀਂ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ। ਉਸ ਤੋਂ ਬਾਅਦ ਸਿਕਿਉਰਿਟੀ ਕੁਐਸਚਨਸ ਆ ਕਿ ਜਿਹੜੇ ਤੁਸੀਂ ਖੁਦ ਟਾਈਪ ਕਰਨੇ ਆ। ਮੇਕ ਸ਼ੋਰ ਕਰਿਓ ਤੁਸੀਂ ਸਿਕਿਉਰਿਟੀ ਕੁਐਸਚਨਸ ਪਲੀਜ਼ ਸੌਖੇ ਲਿਖਿਓ ਜਿਹੜੇ ਕਿ ਤੁਹਾਨੂੰ ਯਾਦ ਰਹਿ ਜਾਣ, ਅਤੇ ਸੇਮ ਉਹੀ ਪੈਟਰਨ ਨੂੰ ਫੋਲੋ ਕਰਨਾ ਵਾ ਕਿ ਤੁਸੀਂ ਸਕਰੀਨਸ਼ਾਟ ਲਵੋ ਜਾਂ ਆਪਣੇ ਨੋਟਸ ਦੇ ਵਿੱਚ ਸੇਵ ਕਰ ਲਓ ਮੋਬਾਈਲ ਨੋਟਸ ਦੇ ਵਿੱਚ, ਅਤੇ ਉਸ ਚੀਜ਼ ਦਾ ਸਕਰੀਨਸ਼ਾਟ ਲੈ ਕੇ ਆਪਣੇ ਆਪ ਨੂੰ ਮੇਲ ਕਰ ਲਵੋ ਜਾਂ ਉਸ ਚੀਜ਼ ਦਾ ਡਰਾਫਟ ਬਣਾ ਕੇ ਰੱਖ ਲਵੋ। ਕਿਉਂਕਿ ਕਦੇ ਵੀ ਤੁਹਾਡਾ ਅਕਾਊਂਟ ਤੁਸੀਂ ਪਾਸਵਰਡ ਭੁੱਲ ਗਏ ਤਾਂ ਇਹ ਸਿਕਿਉਰਿਟੀ ਕੁਐਸਚਨ ਨਾਲ ਹੀ ਤੁਹਾਡਾ ਅਕਾਊਂਟ ਦਾ ਜਿਹੜਾ ਪਾਸਵਰਡ ਆ ਉਹ ਰਿਟਰਾਈਵ ਹੋਣਾ ਵਾ। ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਵਾ ਜੀ ਆਪਸ਼ਨ ਅਪਲਾਈ ਟੂ ਕਮ ਟੂ ਕੈਨੇਡਾ, ਦੈਨ ਵਿਜ਼ਟਰ ਵੀਜ਼ਾ, ਸਟੱਡੀ ਐਂਡ ਔਰ ਵਰਕ ਪਰਮਿਟ। ਉਸ ਤੋਂ ਬਾਅਦ ਤੁਸੀਂ ਇੱਥੇ ਕਿਹੜੀ ਆਪਸ਼ਨ ਸਿਲੈਕਟ ਕਰਨੀਆਂ ਵਾ ਇਸ ਚੀਜ਼ ਨੂੰ ਥੋੜ੍ਹਾ ਧਿਆਨ ਨਾਲ ਦੇਖਿਓ। ਸੋ ਸਭ ਤੋਂ ਪਹਿਲੀ ਵਾਲੀ ਆਪਸ਼ਨ ਵਿੱਚ ਅਸੀਂ ਵਰਕ ਸਿਲੈਕਟ ਕਰਾਂਗੇ, ਸੈਕਿੰਡ ਵਾਲੀ ਆਪਸ਼ਨ ਵਿੱਚ ਟੈਂਪਰੇਰੀ ਮੋਰ ਦੈਨ 6 months, ਥਰਡ ਆਪਸ਼ਨ ਦੇ ਵਿੱਚ ਅਸੀਂ ਇੰਡੀਆ ਸਿਲੈਕਟ ਕਰਾਂਗੇ, ਫੋਰਥ ਆਪਸ਼ਨ ਦੇ ਵਿੱਚ ਅਸੀਂ ਕੈਨੇਡਾ,
फिफ्थ ऑप्शन अकॉर्डिंग टू योर प्रोफाइल, क्योंकि अगर तुहाडा कोई भी भैन भरा जिहड़ा कि कैनेडियन सिटीजन आ या PR आ ते उसकी एज 18 ईयरस या अबव आ, तां तुसीं इत्थे ऑप्शन यस सिलेक्ट कर दिओ। अगर नहीं दैन नो, दैन अपनी डेट ऑफ बर्थ की इंफॉर्मेशन फिल करनी है। उस तो बाद पोस्ट ग्रेजुएट वर्क परमिट इन कैनेडा, उस ऑप्शन ते जाके कंटिन्यू ते क्लिक कर दिओ। उस तो बाद एक बार होर कंटिन्यू करना पैना तुहानूं। दैन इस क्वेश्चन का आंसर थोड़ा ध्यान नाल दिओ। अगर तुहानूं आंसर नहीं पता दैन क्वेश्चन मार्क ते क्लिक करके तुसीं आंसर पता लगा सकदे हो अकॉर्डिंग टू योर प्रोफाइल। सो उस तो बाद इस ऑप्शन दे क्वेश्चन दे विच तुहानूं पुछ रहे हैं कि तुहाडे कोल किहड़ा प्रूफ आ जिहड़ा कि कन्फर्म करदा वा कि तुहाडी स्टडीज़ कंप्लीट हो चुकियां है। इधर तुसीं अपनी ट्रांसक्रिप्ट वाली ऑप्शन सिलेक्ट कर सकदे आ या लैटर ऑफ कंप्लीशन तुहाडे प्रोग्राम दी। मेक श्योर करियो कि तुहाडा लैटर है जिहड़ा वो एक्यूरेट होवे। लैटर की डिटेल्स जानने लई तुसीं गाइड दा पेज नंबर 6 ते जा सकदे आ। गाइड दा लिंक मैं अपनी वीडियो की डिस्क्रिप्शन दे विच अटैच कर दूंगा। उस तो बाद क्वेश्चन आ डू यू वांट टू सबमिट एन एप्लीकेशन फॉर अ फैमिली मैंबर। सो थल्ले जिहड़ा रैड बॉक्स आ उहनूं ध्यान नाल पढ़िओ। इफ यू हैव अ स्पाउस और चाइल्ड हू इज करंटली विद यू इन कैनेडा एंड इफ यू want to add their application you can do so here. So agar tu do not use this option to try to apply for a spouse or child who is currently outside of Canada. This cannot be used to apply for family members who are not your spouse or child. So अगर ਤੁਹਾਡਾ ਸਪਾਊਸ ਤੁਹਾਡੇ ਨਾਲ ਆ ਤੇ ਤੁਸੀਂ ਉਹਦਾ ਵਰਕ ਪਰਮਿਟ ਨਾਲ ਹੀ ਆਪਣੇ ਅਪਲਾਈ ਕਰਨਾ ਚਾਹੁੰਦੇ ਆ, ਤੁਸੀਂ ਇਸ ਆਪਸ਼ਨ ਦੇ ਵਿੱਚ ਯੈਸ ਸਿਲੈਕਟ ਕਰ ਦਿਓ। ਦੈਨ ਫਾਈਨਲੀ ਤੁਹਾਡੇ ਕੋਲ ਇੱਕ ਡਾਕੂਮੈਂਟਸ ਦੀ ਚੈੱਕਲਿਸਟ ਖੁੱਲ੍ਹ ਜੂਗੀ ਜਿੱਥੇ ਤੁਸੀਂ ਆਪਣੇ ਡਾਕੂਮੈਂਟਸ ਅਪਲੋਡ ਕਰਨੇ ਆ। ਸੋ ਸਭ ਤੋਂ ਪਹਿਲੀ ਆਪਸ਼ਨ ਆਊਗੀ ਕਿ ਤੁਸੀਂ ਇਹ ਵਾਲਾ ਫਾਰਮ ਆ ਜਿਹੜਾ ਡਾਊਨਲੋਡ ਕਰਨਾ ਵਾ IMM 5710। इस वीडियो विच मैं फॉर्म का जस्ट एक ओवरव्यू दूंगा। अगर इन डिटेल्स फॉर्म किवें फिल करना वा मैं उसकी एक सैपरेट वीडियो बनाई हुई आ, लिंक मैं वीडियो के एंड ते पेस्ट कर दूंगा। तुसीं उत्ते ते क्लिक करके वो वाली वीडियो देख सकते हो। पूरी डिटेल वीडियो होगी वो फॉर्म ते। एंड अगर तुसीं अपना सिक्योरिटी क्वेश्चन चेंज करना चाहते हो कोई भी तो तुसीं इस ऑप्शन ते जाके चेंज कर सकते हैं। दैन फाइनली तुसीं ये वाला फॉर्म है जिहड़ा वो डाउनलोड करना वा। मेक श्योर करो तुसीं अपना गूगल क्रोम या कोई भी एक्सटर्नल ब्राउज़र यूज़ ना करियो क्योंकि ये वाला फॉर्म ओपन नहीं होना। ये सिर्फ जिहड़ा तुहाडा कंप्यूटर या लैपटॉप का इंटरनेट एक्सप्लोरर ब्राउज़र हुंदा वा उहदे विच ही ओपन होना वा ते उत्थों ही अपलोड होना वा। सो चलो स्टार्ट करते हैं कि फॉर्म किवें भरना वा। सो सब तो पहला फॉर्म आ कुछ इदां दा ओपन होगा। सो तुसीं अपना सारा फॉर्म फिल करन तो बाद ही ये वाली ऑप्शन क्लिक करियो वैलिडेट दी ते तुहानूं दस दूगा अगर तुहाडी कोई भी इन्फॉर्मेशन मिसिंग होई ते उत्थे रैड स्केयर आ जूगा। सो सब तो पहला गल आउंदी है UCI नंबर दी। ये इन्फॉर्मेशन तुहानूं तुहाडे स्टडी परमिट ते लभूगी। तुहाडे स्टडी परमिट के टॉप राइट कॉर्नर के उत्ते तुहाडा UCI नंबर लिखिਆ होगा, तुसीं उत्थे कलैक्ट कर सकते हो वाली इन्फॉर्मेशन। सैकेंड ऑप्शन दे विच तुसीं इंग्लिश या फ्रेंच सिलेक्ट कर सकते हो। थर्ड दे विच तुसीं आह वाली ऑप्शन सिलेक्ट करनी आ एन इनिशियल वर्क परमिट और अ वर्क परमिट इट विद अ न्यू एम्प्लॉयर। अगर तुहाडा स्टडी परमिट एक्सपायर हो चुकिया वा ते तुसीं अपना स्टेटस रीस्टोर करना तो तुहानूं ये वाली ऑप्शन भी नाल सिलेक्ट करनी होगी। उस तो बाद गल आउंदी आ परसनल डिटेल्स की। तो फैमिली नेम आ जिहड़ा वो तुहाडे स्टडी परमिट उत्ते लिखिया होगा। तुसीं अपनी इन्फॉर्मेशन एज पर स्टडी परमिट ही फिल आउट करियो। अगर तुहाडे स्टडी परमिट उत्ते गिवन नेम वाला सैक्शन खाली आ तो इत्थे तुसीं खाली छड्ड सकदे हो, उस दे नाल तुहानूं कोई प्रॉब्लम नहीं होगी क्योंकि कैनेडा दे विच तुहाडा लास्ट नेम ही इंपॉर्टेंट आ एंड वही तुहाडा फैमिली नेम बन जांदा वा। तो तुसीं इत्थे इन्फॉर्मेशन एज पर यूर स्टडी परमिट ही फिल आउट करनी है। उस तो बाद इत्थे तुसीं नो सिलेक्ट कर सकते हो। दैन सैक्स मेल और फीमेल, दैन योर डेट ऑफ बर्थ, दैन प्लेस ऑफ बर्थ। ये जिन्नी भी इन्फॉर्मेशन आ ये सारी तुसीं अपने अकॉर्डिंग टू योर पासपोर्ट ही फिल आउट करियो। दैन सैवंथ
ਸੈਕਸ਼ਨ ਦੇ ਵਿੱਚ ਇੱਥੇ ਤੁਸੀਂ ਸਟੂਡੈਂਟ ਸਿਲੈਕਟ ਕਰ ਸਕਦੇ ਹੋ। ਦੈਨ ਤੁਹਾਡੀ ਡੇਟ ਆਫ ਐਂਟਰੀ ਟੂ ਕੈਨੇਡਾ ਐਂਡ ਦੈਨ ਤੁਹਾਡੇ ਐਕਸਪਾਇਰੀ ਹੋਊਗੀ ਜਿਹੜੀ ਤੁਹਾਡੇ ਸਟੱਡੀ ਪਰਮਿਟ ਦੀ। ਇਹ ਜਿੰਨੇ ਵੀ ਸੈਕਸ਼ਨ ਤੁਸੀਂ ਦੇਖ ਰਹੇ ਹੋ ਰੈਡ ਲਾਈਨਡ, ਇਹ ਸਾਰੇ ਸੈਕਸ਼ਨ ਮੈਂਡੇਟਰੀ ਆ ਤੇ ਤੁਸੀਂ ਇਹ ਫਿਲ ਕਰਨੇ ਆ। ਉਸ ਤੋਂ ਬਾਅਦ ਅਗਰ ਤੁਸੀਂ ਮੈਰਿਡ ਹੋ ਤਾਂ ਇੱਥੇ ਮੈਰਿਡ ਸਿਲੈਕਟ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਆਪਣੇ ਆਪਸ਼ਨ ਇੱਥੇ ਤੁਹਾਨੂੰ ਇੱਥੇ ਇਨਫੋਰਮੇਸ਼ਨ ਦੇਣੀ ਪਊਗੀ ਆਪਣੇ ਸਪਾਊਸ ਦੀ। ਅਗਰ ਤੁਸੀਂ ਸਿੰਗਲ ਹੋ ਦੈਨ ਸਿੰਗਲ। ਦੈਨ 10th ਸੈਕਸ਼ਨ ਦੇ ਵਿੱਚ ਅਗੇਨ ਅਗਰ ਤੁਸੀਂ ਯੈਸ ਔਰ ਨੋ ਮੈਰਿਡ ਹੋ ਆਪਣੀ ਇਨਫੋਰਮੇਸ਼ਨ ਫਿਲ ਕਰ ਦਿਓ। ਦੈਨ ਲੈਂਗੁਏਜ ਨੇਟਿਵ ਤੁਸੀਂ ਸਿਲੈਕਟ ਕਰ ਸਕਦੇ ਇੱਥੇ ਪੰਜਾਬੀ, ਹਿੰਦੀ ਅਕੋਰਡਿੰਗ ਟੂ ਯੋਰ ਰੀਜਨ। ਸੋ ਇੱਥੇ ਤੁਸੀਂ ਯੈਸ ਕਰਨੀ ਆ ਸੈਕਿੰਡ ਆਪਸ਼ਨ ਦੇ ਵਿੱਚ। ਦੈਨ ਆਹ ਵਾਲੀ ਆਪਸ਼ਨ ਤੁਸੀਂ ਯੈਸ ਸਿਲੈਕਟ ਕਰਨੀ ਅਗਰ ਤੁਸੀਂ। ਉਸ ਤੋਂ ਬਾਅਦ ਤੁਹਾਡਾ ਪਾਸਪੋਰਟ ਨੰਬਰ ਤੇ ਤੁਹਾਡੀ ਕੰਟਰੀ ਇੱਥੇ ਇੰਡੀਆ, ਤੁਹਾਡੇ ਇਸ਼ੂ ਡੇਟ ਐਂਡ ਐਕਸਪਾਇਰੀ ਡੇਟ ਪਾਸਪੋਰਟ ਦੀ, ਇਹ ਇਨਫੋਰਮੇਸ਼ਨ ਤੁਹਾਡੇ ਪਾਸਪੋਰਟ ਦੇ ਦਿੱਤੀ ਹੋਊਗੀ, ਤੁਸੀਂ ਇੱਥੋਂ ਕਲੈਕਟ ਕਰ ਲਿਓ। ਉਸ ਤੋਂ ਬਾਅਦ ਤੁਹਾਡਾ ਐਡਰੈਸ ਜਿੱਥੇ ਤੁਹਾਡਾ ਵਰਕ ਪਰਮਿਟ ਆਉਣਾ ਵਾ, ਇੱਥੇ ਤੁਸੀਂ ਸਿਰਫ ਆਪਣਾ ਉਹੀ ਐਡਰੈਸ ਫਿਲ ਕਰਿਓ ਜਿੱਥੇ ਤੁਸੀਂ ਆਪਣਾ ਵਰਕ ਪਰਮਿਟ ਕਲੈਕਟ ਕਰ ਸਕਦੇ ਆ। ਕੋਈ ਵੀ ਤੁਹਾਡਾ ਅਪਾਰਟਮੈਂਟ, ਸਟਰੀਟ ਨੰਬਰ, ਜੋ ਵੀ ਤੁਹਾਡੀ ਇਨਫੋਰਮੇਸ਼ਨ ਹੋਈ। ਉਸ ਤੋਂ ਬਾਅਦ ਤੁਹਾਡੀ ਟੈਲੀਫੋਨ ਡਿਟੇਲਸ ਐਂਡ ਈਮੇਲ ਐਡਰੈਸ, ਪਲੀਜ਼ ਇਹਨੂੰ ਧਿਆਨ ਨਾਲ ਭਰਿਓ ਕਿਉਂਕਿ ਇਹੀ ਈਮੇਲ ਉੱਤੇ ਤੁਹਾਡੀ ਇਨਫੋਰਮੇਸ਼ਨ ਅਗਰ ਉਹਨਾਂ ਨੂੰ ਕੋਈ ਐਡੀਸ਼ਨਲ ਚਾਹੀਦੀ ਹੋਈ ਤਾਂ ਤੁਹਾਨੂੰ ਇਹੀ ਈਮੇਲ ਉੱਤੇ ਰਿਕੁਐਸਟ ਕਰਨਗੇ। ਸੋ ਇਹ ਈਮੇਲ ਥੋੜ੍ਹਾ ਧਿਆਨ ਨਾਲ ਭਰਿਓ। ਉਸ ਤੋਂ ਬਾਅਦ ਇੱਥੇ ਤੁਸੀਂ ਆਪਸ਼ਨ ਸਿਲੈਕਟ ਕਰਨੀ ਆ ਕਿ ਜਦੋਂ ਤੁਹਾਡੀ ਫਸਟ ਟਾਈਮ ਐਂਟਰੀ ਹੋਈ ਸੀ ਕੈਨੇਡਾ ਦੇ ਵਿੱਚ ਉਹ ਵਾਲੀ ਡੇਟ। ਦੈਨ ਪਲੇਸ ਕੋਈ ਵੀ ਤੁਹਾਡਾ ਵੈਨਕੂਵਰ, ਮੌਂਟਰੀਅਲ ਜਾਂ ਟੋਰਾਂਟੋ ਵਾਲਾ ਏਅਰਪੋਰਟ। ਇੱਥੇ ਤੁਸੀਂ ਸਟੱਡੀ ਆਪਸ਼ਨ ਸਿਲੈਕਟ ਕਰਨੀ ਆ। ਦੈਨ ਇੱਥੇ ਤੁਹਾਡਾ ਡਾਕੂਮੈਂਟ ਨੰਬਰ ਹੋਊਗਾ, ਇਹ ਤੁਹਾਨੂੰ ਤੁਹਾਡੇ ਟੌਪ ਰਾਈਟ ਕਾਰਨਰ ਉੱਤੇ ਮਿਲ ਜੂਗਾ ਤੁਹਾਡੇ ਸਟੱਡੀ ਪਰਮਿਟ ਉੱਤੇ। ਦੈਨ ਇਹ ਵਾਲੀ ਆਪਸ਼ਨ ਦੇ ਵਿੱਚ ਤੁਸੀਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਸਿਲੈਕਟ ਕਰਨਾ ਵਾ। ਉਸ ਤੋਂ ਬਾਅਦ ਆ ਸਾਰੀ ਇਨਫੋਰਮੇਸ਼ਨ ਸੈਕਸ਼ਨ ਦੀ ਖਾਲੀ ਛੱਡ ਸਕਦੇ ਆ। ਉਸ ਤੋਂ ਬਾਅਦ ਇੱਥੇ ਤੁਸੀਂ ਆਪਸ਼ਨ ਨੋ ਸਿਲੈਕਟ ਕਰਨੀ ਆ। ਉਸ ਤੋਂ ਬਾਅਦ ਇੱਥੇ ਤੁਸੀਂ ਆਪਣਾ ਕਰੰਟ ਆਕੂਪੇਸ਼ਨ ਵਿੱਚ ਤੁਸੀਂ ਆਪਣਾ ਸਟੂਡੈਂਟ ਹੀ ਫਿਲ ਕਰ ਦਿਓ। ਜਿਵੇਂ ਕਿ ਤੁਸੀਂ ਦੇਖ ਸਕਦੇ ਆ ਸੈਕਸ਼ਨ ਦੇ ਵਿੱਚ ਯੂ ਵਿਲ ਰਿਕੁਆਇਰ ਟੂ ਲਿਸਟ your activity for last 10 years. If you have been employed in Canada or abroad, enter the information. If you are a student, you would enter student under activity occupation with dates, level, institution, city and country. ਅਗਰ ਤੁਹਾਡਾ ਕੋਈ ਇੰਡੀਆ ਤੋਂ ਐਕਸਪੀਰੀਅੰਸ ਆ ਤੁਸੀਂ ਇੱਥੇ ਉਹ ਮੈਂਸ਼ਨ ਕਰ ਸਕਦੇ ਆ। ਉਸ ਤੋਂ ਬਾਅਦ ਡੇਟਸ ਵਾਲੇ ਸੈਕਸ਼ਨ ਦੇ ਵਿੱਚ ਤੁਸੀਂ ਆਪਣੀ ਡੇਟਸ ਫਿਲ ਕਰ ਸਕਦੇ ਆ, ਤੁਹਾਡੇ ਪ੍ਰੋਗਰਾਮ ਦੀ ਜਿਹੜੀ ਲੈਂਥ ਹੁੰਦੀ ਆ। ਉਸ ਤੋਂ ਬਾਅਦ ਤੁਸੀਂ ਆਹ ਵਾਲੀ ਆਪਸ਼ਨ ਨੋ ਕਰ ਦੇਣੀ ਆ ਫਸਟ। ਅਗਰ ਤੁਹਾਡਾ ਕੋਈ ਪਹਿਲਾਂ ਵਾਲਾ ਕੋਈ ਵੀਜ਼ਾ ਵਗੈਰਾ ਰਿਫਿਊਜ਼ ਹੋਇਆ ਵਾ ਉੱਥੇ ਤੁਹਾਨੂੰ ਇਹ ਇਨਫੋਰਮੇਸ਼ਨ ਇੱਥੇ ਦੇਣੀ ਪੈਣੀ ਹੈ। ਅਗਰ ਤੁਹਾਡਾ ਕੇਸ ਨੋਰਮਲ ਆ ਬਿਲਕੁਲ ਤਾਂ ਤੁਸੀਂ ਇੱਥੇ ਲਾਸਟ ਵਾਲੀ ਆਪਸ਼ਨ ਯੈਸ ਕਰਕੇ ਇੱਥੇ ਆਹ ਵਾਲੀ ਲਾਈਨਸ ਲਿਖ ਦਿਓ, ਪ੍ਰੀਵੀਅਸ ਅਪਲਾਈ ਟੂ ਐਂਟਰ ਕੈਨੇਡਾ ਔਨ ਅ ਸਟੱਡੀ ਪਰਮਿਟ। ਉਸ ਤੋਂ ਬਾਅਦ ਤੁਸੀਂ ਆਹ ਵਾਲੀ ਆਪਸ਼ਨ ਇੱਥੇ ਯੈਸ ਸਿਲੈਕਟ ਕਰਨੀ ਆ। ਦੈਨ ਇੱਥੇ ਤੁਸੀਂ ਆਪਣਾ ਨਾਮ ਟਾਈਪ ਕਰ ਦੇਣਾ ਵਾ। ਦੈਨ ਡੇਟ, ਕਰੰਟ ਡੇਟ, ਦੈਨ ਵੈਲਿਡੇਟ ਕਰ ਦੇਣਾ। ਅਗਰ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਮਿਸਿੰਗ ਹੋਈ ਤਾਂ ਇਹ ਤੁਹਾਨੂੰ ਉੱਥੇ ਰੈੱਡ ਸਕੇਅਰ ਦਿਖਾ ਦੂਗਾ ਜਿਹੜੀ ਕਿ ਇਨਫੋਰਮੇਸ਼ਨ ਮੈਂਡੇਟਰੀ ਹੋਈ। ਉਸ ਤੋਂ ਬਾਅਦ ਤੁਸੀਂ ਫਾਈਨਲੀ ਆਪਣਾ ਡਾਕੂਮੈਂਟ ਨੂੰ ਆਪਣੇ PC ਉੱਤੇ ਸੇਵ ਕਰਕੇ ਇੱਥੇ ਅਪਲੋਡ ਕਰ ਸਕਦੇ ਹੋ। ਮੇਕ ਸ਼ੋਰ ਕਰਿਓ ਕਿ ਤੁਹਾਡਾ ਜਿਹੜੀ ਇਨਫੋਰਮੇਸ਼ਨ ਫਾਰਮ ਵਿੱਚ ਫਿਲ ਕੀਤੀ ਗਈ ਆ ਉਹ ਸਾਰੀ ਸਹੀ ਹੋਵੇ। ਆਪਣੇ ਫਾਰਮ ਨੂੰ ਡਬਲ ਚੈੱਕ ਕਰ ਲਿਓ। ਮੈਂ ਫਾਰਮ ਦੀ ਇੱਕ ਸੈਪਰੇਟ ਵੀਡੀਓ ਬਣਾਊਂਗਾ ਜਿਹੜੀ ਕਿ ਥੋੜੀ ਡਿਟੇਲ ਵੀਡੀਓ ਹੋਊਗੀ ਕਿ ਫਾਰਮ ਦੇ ਵਿੱਚ ਕੀ ਫਿਲ ਕਰਨਾ ਵਾ। ਉਹਦਾ ਲਿੰਕ ਮੈਂ ਵੀਡੀਓ ਦੇ ਐਂਡ ਤੇ ਪਾ ਦੂੰਗਾ। ਸੋ ਨੈਕਸਟ ਸਟੈਪ ਹੋਊਗਾ ਤੁਹਾਨੂੰ ਕੁਝ ਅਪਲੋਡ ਕਰਨ ਤੋਂ ਬਾਅਦ ਕਿ ਤੁਹਾਡੇ ਜਿਹੜੇ ਸਪੋਰਟਿੰਗ ਡਾਕੂਮੈਂਟਸ ਆ ਉਹਦੇ ਵਿੱਚ ਤੁਸੀਂ ਕੀ ਅਪਲੋਡ ਕਰਨਾ ਵਾ। ਸੋ ਪਾਸਪੋਰਟ ਦੇ ਵਿੱਚ ਤੁਸੀਂ ਆਪਣਾ ਪਾਸਪੋਰਟ ਤੇ ਤੁਹਾਡਾ ਜਿਹੜਾ ਨਾਲ ਸਟੱਡੀ ਪਰਮਿਟ ਹੋਊਗਾ ਉਹਨੂੰ ਇੱਕ ਫਾਈਲ ਦੇ ਵਿੱਚ ਅਟੈਚ ਕਰਕੇ ਅਪਲੋਡ ਕਰ ਦਿਓ। ਇੱਥੇ ਤੁਹਾਡੀ ਡਿਜੀਟਲ ਫੋਟੋ ਆ ਜਾਣੀ। ਜਦੋਂ ਤੁਸੀਂ ਇੱਥੇ ਆਹ ਵਾਲੀ ਆਪਸ਼ਨ ਤੇ ਸਿਲੈਕਟ ਕਰੋਗੇ ਕੁਐਸਚਨ ਮਾਰਕ ਉੱਤੇ ਤੁਹਾਨੂੰ ਫੋਟੋ ਦੀ ਜਿਹੜੀ ਸਪੈਸੀਫਿਕੇਸ਼ਨਸ ਆ ਉਹਦੇ ਬਾਰੇ ਤੁਹਾਨੂੰ ਪਤਾ ਲੱਗ ਜੂਗਾ। ਇੱਥੇ ਤੁਹਾਡੇ ਐਜੂਕੇਸ਼ਨਲ ਟ੍ਰਾਂਸਕ੍ਰਿਪਟਸ, ਦੈਨ ਤੁਹਾਡੇ ਕੰਪਲੀਸ਼ਨ ਲੈਟਰ, ਜਿਹੜਾ ਪ੍ਰੂਫ ਆਫ ਮੈਡੀਕਲ ਆ ਇਹ ਸਿਰਫ ਮੈਡੀਕਲ ਸਟੂਡੈਂਟਸ ਦੇ ਲਈ ਰਿਕੁਆਇਰਡ ਆ ਜਿਹੜੇ ਕਿ ਮੈਡੀਕਲ ਪ੍ਰੋਗਰਾਮਸ ਹੁੰਦੇ ਆ
ਲਾਈਕ ਚਾਈਲਡ ਕੇਅਰ ਜਾਂ ਹੈਲਥ ਕੇਅਰ ਦੇ ਪ੍ਰੋਗਰਾਮਸ ਹੁੰਦੇ ਆ ਉਹਨਾਂ ਲਈ ਇਹ ਮੈਡੀਕਲ ਰਿਕੁਆਇਰਡ ਹੁੰਦਾ ਵਾ। ਅਦਰਵਾਈਜ਼ ਇਹ ਆਪਸ਼ਨਲ ਆ, ਇਹ ਮੈਂਡੇਟਰੀ ਨਹੀਂ ਹੈਗੇ ਡਾਕੂਮੈਂਟਸ। ਉਸ ਤੋਂ ਬਾਅਦ ਜਿਹੜਾ ਆਹ ਵਾਲਾ ਸੈਕਸ਼ਨ ਆ ਕਲਾਇੰਟ ਇਨਫੋਰਮੇਸ਼ਨ ਦੇ ਵਿੱਚ, ਇਹ ਇੱਥੇ ਤੁਸੀਂ ਆਪਣੀ ਐਡੀਸ਼ਨਲ ਇਨਫੋਰਮੇਸ਼ਨ ਫਿਲ ਕਰ ਸਕਦੇ ਆ। ਅਗਰ ਤੁਹਾਨੂੰ ਲੱਗਦਾ ਕੋਈ ਇਨਫੋਰਮੇਸ਼ਨ ਉੱਪਰ ਫਿਲ ਨਹੀਂ ਹੁੰਦੀ ਤਾਂ ਤੁਸੀਂ ਇੱਥੇ ਫਿਲ ਕਰ ਸਕਦੇ ਆ ਉਹ ਵਾਲੀ ਇਨਫੋਰਮੇਸ਼ਨ, ਤੇ ਨਾਲ ਉਹਦੀ ਐਕਸਪਲੇਸ਼ਨ ਦੇਣੀ ਨਾ ਭੁੱਲਿਓ। ਦੈਨ ਫਾਈਨਲੀ ਤੁਹਾਡਾ ਜਿਹੜਾ ਇੱਥੇ ਆ ਜਦੋਂ ਤੁਸੀਂ ਫਾਰਮ ਅਪਲੋਡ ਕਰ ਦੂੰਗੇ ਤੁਹਾਨੂੰ ਕੁਛ ਇੱਦਾਂ ਦਾ ਜਿਹੜਾ ਟੈਕਸਟ ਹੈ ਉਹ ਗ੍ਰੀਨ ਹੋ ਜਾਊਗਾ ਉੱਥੇ, ਅਪਲੋਡਡ ਬਟ ਨਾਟ ਸਬਮਿਟਡ ਟੂ IRCC ਅਪਲੋਡ ਫਾਈਲ ਨੇਮ, ਤੇ ਇੱਦਾਂ ਦਾ ਕੁਛ ਇੰਟਰਫੇਸ ਤੁਹਾਨੂੰ ਦਿਖੂਗਾ ਤੁਹਾਡੇ PC ਉੱਤੇ। ਦੈਨ ਫਾਈਨਲੀ ਤੁਹਾਡੀ ਪੇਮੈਂਟ ਦਾ ਆ ਜਾਣਾ ਵਾ ਅਕੋਰਡਿੰਗ ਟੂ, ਅਗਰ ਤੁਸੀਂ ਆਪਣੇ ਪ੍ਰੋਫਾਈਲ ਅਗਰ ਆਪਣਾ ਸਪਾਊਸ ਇਨਕਲੂਡ ਕਰਦੇ ਹੋ ਤਾਂ ਤੁਹਾਡੀ ਫੀਸ ਅਕੋਰਡਿੰਗ ਟੂ ਤੁਹਾਡੇ ਸਪਾਊਸ ਨੂੰ ਇਨਕਲੂਡ ਕਰਕੇ ਹੋਊਗੀ। ਉਸ ਤੋਂ ਬਾਅਦ ਤੁਸੀਂ ਇੱਥੇ ਨੈਕਸਟ ਕਲਿੱਕ ਕਰ ਦੇਣਾ। ਦੈਨ ਫਾਈਨਲੀ ਤੁਸੀਂ ਇੱਥੇ ਆਪਣਾ ਆਈ ਐਗਰੀ ਵਾਲੀ ਆਪਸ਼ਨ ਤੇ ਕਲਿੱਕ ਕਰ ਦੇਣਾ। ਦੈਨ ਇੱਥੇ ਆਪਣਾ ਲਾਸਟ ਨੇਮ ਵਿੱਚ ਫਿਲ ਕਰ ਦਿਓ ਇਨਫੋਰਮੇਸ਼ਨ। ਗਿਵਨ ਨੇਮ ਵਾਲਾ ਤੁਸੀਂ ਖਾਲੀ ਛੱਡ ਸਕਦੇ ਆ, ਮੈਂ ਪਹਿਲਾਂ ਵੀ ਦੱਸਿਆ ਕਿ ਇਨਫੋਰਮੇਸ਼ਨ ਅਕੋਰਡਿੰਗ ਟੂ ਯਰ ਸਟੱਡੀ ਪਰਮਿਟ ਹੀ ਭਰਿਓ। ਇੱਥੇ ਤੁਸੀਂ ਆਪਣਾ ਸਿਕਿਉਰਿਟੀ ਕੁਐਸਚਨ ਫਿਲ ਕਰ ਦੇਣਾ ਵਾ ਇਨਫੋਰਮੇਸ਼ਨ ਉਹਦੀ। ਦੈਨ ਫਾਈਨਲੀ ਤੁਸੀਂ ਸਾਈਨ, ਤੁਸੀਂ ਆਹ ਵਾਲੀ ਆਪਸ਼ਨ ਸਿਲੈਕਟ ਕਰਕੇ ਆਈ ਐਗਰੀ ਵਾਲੀ, ਦੈਨ ਟ੍ਰਾਂਸਮਿਟ ਐਂਡ ਪੇ। ਉਸ ਤੋਂ ਬਾਅਦ ਤੁਸੀਂ ਫਾਈਨਲੀ ਆਪਣੀ ਫੀਸ ਪੇ ਕਰ ਸਕਦੇ ਹੋ। ਆਈਦਰ ਤੁਹਾਡਾ ਵੀਜ਼ਾ, ਕ੍ਰੈਡਿਟ, ਡੈਬਿਟ, ਵਟਐਵਰ। ਐਡੀਸ਼ਨਲ ਇਨਫੋਰਮੇਸ਼ਨ ਤੁਸੀਂ ਆਹ ਵਾਲੇ ਲਿੰਕਸ ਤੇ ਜਾ ਕੇ ਦੇਖ ਸਕਦੇ ਹੋ। ਇੱਕ ਗਾਈਡ ਮੈਂ ਅਪਲੋਡ ਕਰ ਦੂੰਗਾ, ਗਾਈਡ ਦਾ ਲਿੰਕ ਮੇਰੀ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਹੋਊਗਾ। ਮੈਂ ਇੱਕ ਗੂਗਲ ਡਰਾਈਵ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਸ਼ੇਅਰ ਕਰੂੰਗਾ। ਸੋ ਦੈਟਸ ਇਟ, ਇਹ ਸਾਰੀ ਐਪਲੀਕੇਸ਼ਨ ਦਾ ਇੱਕ ਓਵਰਵਿਊ ਸੀਗਾ। ਅਗਰ ਤੁਸੀਂ ਇਨ ਡੈਪਥ GC ਅਕਾਊਂਟ ਕਿਵੇਂ ਕ੍ਰੀਏਟ ਕਰਨਾ ਵਾ, ਉੱਤੇ ਕੀ ਇਨਫੋਰਮੇਸ਼ਨ ਭਰਨੀ ਹੈ ਐਂਡ ਫਾਰਮ ਕਿਵੇਂ ਫਿਲ ਕਰਨਾ ਵਾ, ਉਹਦੀ ਮੈਂ ਇੱਕ ਸੈਪਰੇਟ ਵੀਡੀਓਜ਼ ਅਪਲੋਡ ਕਰ ਦੂੰਗਾ। ਐਂਡ ਫਾਰਮ ਨੂੰ ਤੁਸੀਂ ਆਪਣੇ ਡਾਕੂਮੈਂਟਸ ਨੂੰ ਕਿਵੇਂ ਮਰਜ ਕਰਨਾ ਵਾ, ਉਸ ਚੀਜ਼ ਦੀ ਵੀ ਵੀਡੀਓ ਅਪਲੋਡ ਕਰ ਦੂੰਗਾ। ਸੋ ਵੀਡੀਓ ਦੇਖਣ ਲਈ ਧੰਨਵਾਦ। ਸੋ ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਥੈਂਕ ਯੂ ਐਂਡ ਹੈਵ ਅ ਗੁੱਡ ਡੇ।